ਮਨੁੱਖ ਦੀ ਫਿਤਰਤ ਕਿੱਦਾਂ ਦੀ ਹੈ, ਮਨੁੱਖ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਉਸ ਦੇ ਘਰ ਦੇ ਅੰਦਰ ਦਾਖਲ ਹੋ ਕੇ ਉਹਦੇ ਟੇਬਲ ਤੇ ਪਏ ਹੋਏ ਮੈਗਜ਼ੀਨ ਕਿਤਾਬਾਂ ਤੋਂ ਪਤਾ ਲੱਗ ਜਾਏਗਾ ਕਿ ਇਹ ਬੰਦੇ ਦੀ ਸੋਚ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਕੀ ਕੁਝ ਪੜ੍ਹਨਾ ਪਸੰਦ ਕਰਦਾ ਹੈ, ਕਿੱਦਾਂ ਦੇ ਮੈਗਜ਼ੀਨ ਆਉਂਦੇ ਆ ਇਹਦੇ ਘਰ 'ਚ, ਕਿਸ ਤਰ੍ਹਾਂ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਇਸ ਦੇ ਘਰ 'ਚ। ਇੱਕਦਮ ਬੰਦੇ ਨੂੰ ਮਿਲਣ ਤੋਂ ਬਿਨਾਂ, ਅਜੇ ਮਿਲੇ ਨਹੀਂ ਅਸੀਂ, ਉਹਦੇ ਨਾਲ ਗੱਲਬਾਤ ਨਹੀਂ ਕੀਤੀ, ਕਿਉਂਕਿ ਇਹ ਉਹਦੀ ਸੰਗਤ ਹੈ। ਜਿਵੇਂ ਦਾਰਸ਼ਨਿਕ ਕਹਿੰਦੇ ਨਾ ਵੀ ਤੁਸੀਂ ਆਪਣੇ ਦੋਸਤ ਮਿਲਾ ਦਿਓ, ਮਿੱਤਰ ਮਿਲਾ ਦਿਓ, ਉਹ ਕਿਸ ਤਰ੍ਹਾਂ ਦੇ ਨੇ ਤੇ ਮੈਂ ਦੱਸ ਦਿਆਂਗਾ ਕਿ ਤੁਸੀਂ ਕਿੱਦਾਂ ਦੇ ਹੋ। ਇਸੇ ਤਰ੍ਹਾਂ ਪੁਸਤਕਾਂ ਵੀ ਸਾਡੀਆਂ ਦੋਸਤ ਨੇ। ਸਾਧ ਸੰਗਤ, ਅਸੀਂ ਗੱਡੀ 'ਚ ਕੀ ਸੁਣ ਰਹੇ ਹਾਂ, ਅਸੀਂ ਰਿਮੋਟ ਫੜ ਕੇ ਕੀ ਵੇਖ ਰਹੇ ਹਾਂ, ਸਾਡੇ ਟੇਬਲ 'ਤੇ ਕਿਹੜੀਆਂ ਕਿਤਾਬਾਂ ਪਈਆਂ ਨੇ, ਉਹ ਸਾਡੇ ਸੁਭਾਅ ਦੀ ਪ੍ਰਗਟਾਵਾ ਕਰਦੀਆਂ ਜੀ, ਉਜਾਗਰ ਕਰਦੀਆਂ ਵੀ ਸਾਡੇ ਅੰਦਰ ਕੀ ਕੁਝ ਭਰਿਆ ਹੋਇਆ। ਇੱਕ ਬੇਨਤੀ ਤੁਹਾਡੇ ਚਰਨਾਂ 'ਚ ਹੋਰ ਕਰਦਾ, ਖਾਸ ਕਰਕੇ ਨੌਜਵਾਨ ਵੀਰਾਂ ਦੇ। ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕਰਦੇ ਹਾਂ, ਤੇ ਕਲਗੀਧਰ ਪਿਤਾ ਜੀ ਦੀਆਂ ਇੰਨੀਆਂ ਰਹਿਮਤਾਂ ਨੇ ਵੀ ਗਿਣੀਆਂ ਨਹੀਂ ਜਾ ਸਕਦੀਆਂ ਨਾ, ਇੰਨੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ। ਜੋ ਕੁਝ ਉਹਨਾਂ ਨੇ ਸਮਾਜ ਨੂੰ ਦਿੱਤਾ ਔਰ ਖਾਲਸਾ ਪੰਥ ਨੂੰ ਦਿੱਤਾ, ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ, ਸਾਨੂੰ ਬਾਣਾ ਦਿੱਤਾ, ਸਾਨੂੰ ਬਾਣੀ ਦਿੱਤੀ, ਸਾਨੂੰ ਆਪਣਾ ਰੂਪ ਦਿੱਤਾ, ਪੰਜ ਕਕਾਰੀ ਸਾਨੂੰ ਯੂਨੀਫਾਰਮ ਦਿੱਤੀ, ਆਪਣਾ ਤੇਜ਼ ਪ੍ਰਤਾਪ ਦਿੱਤਾ। ਜਦੋਂ ਕਹਿੰਦੇ ਤਬ ਲਗ ਤੇਜ਼ ਦਿਓ ਮੈਂ ਸਾਰਾ, ਆਪਣੀਆਂ ਖੁਸ਼ੀਆਂ ਦਿੱਤੀਆਂ, ਆਪਣੇ ਹਾਸੇ ਦਿੱਤੇ, ਬਹੁਤ ਕੁਝ ਹੈ ਜਿਹੜਾ ਗਿਣਿਆ ਨਹੀਂ ਜਾ ਸਕਦਾ। ਉਹ ਸਾਰੀਆਂ ਬਖਸ਼ਿਸ਼ਾਂ ਦੇ ਵਿੱਚ ਇੱਕ ਬੜੀ ਅਹਿਮ ਬਖਸ਼ਿਸ਼ ਹੈ ਜੋ ਸਤਿਗੁਰੂ ਜੀ ਨੇ ਸਮਾਜ ਨੂੰ ਦਿੱਤੀ ਤੇ ਸਿੱਖ ਪੰਥ ਨੂੰ ਦਿੱਤੀ। ਉਹ ਹੈ ਸਤਿਗੁਰੂ ਜੀ ਦੇ ਸਾਹਿਤ ਦੀ ਰਚਨਾ। ਰਚਨਾ ਕੀਤੀ ਵੀ, ਰਚਨਾ ਕਰਵਾਈ ਵੀ। ਇੰਨੀ ਕਦਰ ਜੀ, ਦੁਨੀਆ ਉੱਤੇ ਐਡਾ ਕਦਰਦਾਨ ਕੋਈ ਮਨੁੱਖ ਨਜ਼ਰ ਨਹੀਂ ਆਏਗਾ ਤੁਹਾਨੂੰ। 52 ਕਵੀ ਜਿਹੜੇ ਉੱਤਮ ਦਰਜੇ ਦੀ ਕਵਿਤਾ ਲਿਖਦੇ ਸਨ, ਉਹਨਾਂ ਦਾ ਦਰਜਾ ਕੀ ਹੋਏਗਾ। ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਭਾਈ ਧੰਨਾ ਸਿੰਘ, ਉਹ ਇੰਨੇ ਕਮਾਲ ਦੀ ਕਵਿਤਾ ਰਚ ਦਿੰਦੇ ਆ ਵੀ ਕਵੀਆਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ ਜਿਹੜੇ ਲੋਕ ਸੁਣਨ ਵਾਲੇ ਸੀ। ਤੇ ਜਿਸ ਸਤਿਗੁਰੂ ਜੀ ਦੇ ਘਾਹੀ ਇੰਨੇ ਨਿਪੁੰਨ ਵਿਦਵਾਨ ਨੇ, ਉਹਦੇ ਵਿਦਵਾਨ ਕਿੱਦਾਂ ਦੇ ਹੋਣਗੇ ਭਲਾ। ਕਿੰਨਾ ਸਾਹਿਤ ਲਿਖਵਾਇਆ, ਕਿੰਨਾ ਸਾਹਿਤ। ਠੀਕ ਹੈ, ਵੱਖਰੀ ਗੱਲ ਹੈ ਕਿ ਸਤਿਗੁਰੂ ਜੀ ਨੇ ਉਸ ਸਾਹਿਤ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਦਿੱਤੀ, ਪਰ ਅਨਮੋਲ ਹੈ ਉਹ ਸਾਹਿਤ ਸਾਡੇ ਵਾਸਤੇ। ਤੁਸੀਂ ਵੇਖੋ ਕਿੰਨੀ ਮਸ਼ੱਕਤ ਹੋਏਗੀ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਉਹਦੇ 'ਚ ਇਹ ਵੀ ਜ਼ਿਕਰ ਆਉਂਦਾ ਕਿ 9 ਮਣ ਵਿਦਿਆ ਸਾਗਰ ਗ੍ਰੰਥ ਸੀ, ਜਿਹੜਾ 9 ਮਣ ਜਿਹਦਾ ਵਜ਼ਨ ਸੀ, ਇੰਨਾ ਸਾਹਿਤ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਫਿਰ ਵੀ ਬਹੁਤ ਕੁਝ ਸਾਡੇ ਕੋਲ ਸਮਕਾਲੀ ਸਾਹਿਤਕਾਰਾਂ ਦਾ ਲਿਖਿਆ ਹੋਇਆ ਜਾਂ ਸਤਿਗੁਰੂ ਜੀ ਦਾ ਲਿਖਿਆ ਹੋਇਆ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵੀ ਜਿੱਥੇ ਸਤਿਗੁਰੂ ਜੀ ਨੇ ਬਾਣੇ ਦੀ ਬਖਸ਼ਿਸ਼ ਕੀਤੀ, ਤੇਜ ਪ੍ਰਤਾਪ ਦੀ ਬਖਸ਼ਿਸ਼ ਕੀਤੀ, ਖੰਡੇ ਬਾਟੇ ਦੀ ਪਹੁਲ ਦੀ ਸਭ ਕੁਝ ਬਖਸ਼ਿਸ਼ਾਂ ਕੀਤੀਆਂ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਵੀ ਇੱਕ ਬਖਸ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਸਾਹਿਤਕ ਸੋਚ ਦਿੱਤੀ। ਤੇ ਜਿਸ ਸਿੱਖ ਦੇ ਘਰ ਸਾਹਿਤ ਨਾ ਹੋਵੇ, ਜਿਹਦੀ ਸੋਚ ਲਿਟਰੇਰੀ ਨਾ ਹੋਵੇ, ਜਿਸ ਘਰ ਵਿੱਚ ਕੋਈ ਕਿਤਾਬ ਗ੍ਰੰਥ ਲੱਭੇ ਹੀ ਨਾ, ਸਮਝ ਲਓ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਖਸ਼ਿਸ਼ ਤੋਂ ਸੱਖਣਾ। ਉਹਨੇ ਇਹ ਬਖਸ਼ਿਸ਼ ਸਾਂਭੀ ਨਹੀਂ, ਸਮਝ ਲਓ। ਗੱਲ ਇਹ ਨਹੀਂ ਹੈ ਵੀ ਇਹ ਸਾਹਿਤ ਕਿਹਨੇ ਲਿਖਿਆ ਹੋਇਆ ਹੈ, ਗੱਲ ਇਹ ਹੈ ਕਿ ਅਸੀਂ ਉਹਦੇ ਚੋਂ ਪ੍ਰਾਪਤ ਕੀ ਕਰ ਰਹੇ ਹਾਂ। ਸਾਧ ਸੰਗਤ, ਉਹਦੇ ਤੋਂ ਕੰਗਾਲ ਕੋਈ ਨਹੀਂ ਹੋ ਸਕਦਾ ਜਿਸ ਘਰ ਦੇ ਅੰਦਰ ਤੁਹਾਨੂੰ ਕੋਈ ਗ੍ਰੰਥ ਹੀ ਨਾ ਲੱਭੇ ਪੜ੍ਹਨ ਵਾਸਤੇ। ਕਈ ਵਾਰੀ ਹੁੰਦਾ ਨਾ, ਰਾਤ ਕੱਟਣ ਲਈ ਰੁਕ ਗਏ, ਇੱਧਰ ਉੱਧਰ ਹੱਥ ਮਾਰਦੇ ਫਰੀਦਾ ਵੀ ਕੋਈ ਕਿਤਾਬ ਲੱਭ ਜਾਏ। ਉਸ ਘਰ ਤੋਂ ਕੰਗਾਲ ਦੁਨੀਆ ਦੇ ਵਿੱਚ ਘਰ ਹੀ ਕੋਈ ਨਹੀਂ ਹੋਏਗਾ ਜਿਸ ਘਰ ਦੇ ਅੰਦਰ ਕੋਈ ਕਿਤਾਬ, ਕੋਈ ਗ੍ਰੰਥ, ਕੋਈ ਮੈਗਜ਼ੀਨ, ਕੋਈ ਉਸਾਰੂ ਸੋਚ ਵਾਲਾ ਉਹ ਲੱਭੇ ਹੀ ਨਾ। ਸਮਝ ਲਓ ਵੀ ਇੱਕ ਬਖਸ਼ਿਸ਼ ਤੋਂ ਸੱਖਣਾ ਹੈ, ਖਾਲੀ ਹੈ। ਇੱਕ ਹੈ ਕਿਤਾਬਾਂ ਦਾ ਹੋਣਾ ਜ਼ਰੂਰੀ, ਦੂਸਰਾ ਹੈ ਕਿਤਾਬਾਂ ਦਾ ਪੜ੍ਹਨਾ ਜ਼ਰੂਰੀ। ਸਾਧ ਸੰਗਤ, ਕਈ ਵਾਰੀ ਕਿਤਾਬਾਂ ਦੇ ਢੇਰ ਲੱਗੇ ਹੁੰਦੇ ਆ, ਉਹਨੂੰ ਸਿਉਂਕ ਹੀ ਖਾ ਜਾਂਦੀ। ਕਈ ਬੰਦੇ ਕਹਿੰਦੇ ਸਾਡੇ ਘਰ ਬਹੁਤ ਨੇ ਪਈਆਂ ਦਾਦੇ ਪੜਦਾਦਿਆਂ ਤੋਂ, ਅਸੀਂ ਤਾਂ ਕਦੀ ਹੱਥ ਨਹੀਂ ਲਾਇਆ। ਭਾਈ ਸਾਹਿਬ ਤੁਸੀਂ ਵੇਖ ਲਓ, ਤੇ ਜੇ ਕਿਤੇ ਜਾ ਕੇ ਉਸ ਖਜ਼ਾਨੇ ਨੂੰ ਵੇਖੀਏ ਤੇ ਉਹਨੂੰ ਸਿਉਂਕ ਹੀ ਖਾ ਗਈ ਹੁੰਦੀ ਹੈ।
ਕਿੱਡੇ ਬਦਕਿਸਮਤ ਲੋਕ ਨੇ ਉਹ ਜੀ। ਗ੍ਰੰਥ ਪੁਸਤਕਾਂ ਮੌਜੂਦ ਨੇ ਪਰ ਰੁਚੀ ਨਹੀਂ ਜੀ, ਭੁੱਖ ਹੀ ਨਹੀਂ ਲੱਗੀ ਅੰਦਰ। ਮੈਂ ਕਈ ਵਾਰੀ ਨੌਜਵਾਨ ਵੀਰਾਂ ਨੂੰ ਪੁੱਛਦਾ ਵੀ ਤੁਹਾਡੇ ਚੋਂ ਕਿੰਨੇ ਕੁ ਨੇ ਜਿਨ੍ਹਾਂ ਨੇ ਕਦੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਪੜ੍ਹਿਆ ਹੋਵੇ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜ੍ਹਿਆ ਹੋਵੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰਾਂ ਨੂੰ ਪੜ੍ਹਿਆ ਹੋਵੇ। ਕਦੀ ਸਾਡੇ ਘਰਾਂ 'ਚ ਕਲਗੀਧਰ ਚਮਤਕਾਰ ਦੀਆਂ ਸਾਖੀਆਂ ਪੜ੍ਹੀਆਂ ਜਾਂਦੀਆਂ ਸੀ। ਕਦੀ ਸਾਡੇ ਘਰਾਂ 'ਚ ਗੁਰੂ ਨਾਨਕ ਚਮਤਕਾਰ ਹਰ ਰੋਜ਼ ਮੁਹੱਲਾ ਜੁੜ ਕੇ ਪੜ੍ਹਦਾ ਸੀ ਜੀ। ਇੱਦਾਂ ਦਾ ਮਾਹੌਲ ਵੇਖਿਆ ਮੈਂ ਆਪਣੇ ਘਰਾਂ 'ਚ। ਇੱਕ ਇੱਕ ਦੋ ਦੋ ਸਾਖੀਆਂ ਮੁਹੱਲਾ ਜੁੜਦਾ ਸੀ, ਕਿਤੇ ਦੁਪਹਿਰ ਨੂੰ ਜੁੜਨਾ, ਕਿਤੇ ਸ਼ਾਮ ਨੂੰ ਜੁੜਨਾ। ਧੀਆਂ ਨੇ ਬੱਚੀਆਂ ਨੇ ਬੈਠ ਕੇ ਆ ਕੇ ਉਹ ਸਾਖੀਆਂ ਪੜ੍ਹਨੀਆਂ। ਮੈਂ ਹੋਸ਼ ਸੰਭਾਲੀ ਆਪਣੇ ਘਰ, ਬੀਬੀ ਸੁੰਦਰੀ ਜਦੋਂ ਪੁਸਤਕ ਵੇਖੀ, ਪੜ੍ਹੀ, ਰੁਚੀ ਪੈਦਾ ਹੋਈ। ਹੁਣ ਇਹ ਆਈਡੀਅਲ ਸਨ ਸਾਡੇ, ਸਾਡੀ ਸ਼ਖਸੀਅਤ ਨੂੰ ਘੜਦੇ ਸੀ ਇਹ ਲਿਖਾਰੀ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਇਹ ਸਾਡੀ ਸ਼ਖਸੀਅਤ ਨੂੰ ਘੜਦੇ ਸਨ। ਤੇ ਸਾਡੀਆਂ ਧੀਆਂ ਬੱਚੀਆਂ ਜਦੋਂ ਕਿਤੇ ਬੀਬੀ ਹਰਸ਼ਰਨ ਕੌਰ, ਕਿਤੇ ਬੀਬੀ ਸੁੰਦਰੀ, ਕਿਤੇ ਰਾਣਾ ਸੂਰਤ ਸਿੰਘ, ਇਹ ਜਦੋਂ ਪੜ੍ਹਦੇ ਸੀ ਸਾਡੇ ਬੱਚੇ, ਉਹਨਾਂ ਦੇ ਅੰਦਰ ਇੱਕ ਰੀਝ ਜਾਗਦੀ ਸੀ ਵੀ ਸਾਡੀ ਉੱਦਾਂ ਦੀ ਚੇਤਨਾ ਸਾਡੀ ਬਣੇ, ਸਾਡੀ ਸੋਚ ਉੱਦਾਂ ਦੀ ਬਣੇ, ਸਾਡਾ ਜੀਵਨ ਉੱਦਾਂ ਦਾ ਬਣੇ। ਤੇ ਜੋ ਕੁਝ ਅੱਜ ਵੇਖ ਰਹੇ ਹਾਂ, ਸੰਗਤ ਹੈ ਨਾ ਇਹ ਵੀ ਜੀ, ਸੰਗਤ ਕੱਲੀ ਗੁਰਦੁਆਰੇ ਦੀ ਚਾਰ ਦੀਵਾਰੀ 'ਚ ਨਹੀਂ ਹੈ। ਜੋ ਕੁਝ ਰਿਮੋਟ ਫੜ ਕੇ ਵੇਖ ਰਹੇ ਹਾਂ, ਜੋ ਕੁਝ ਸੁਣ ਰਹੇ ਹਾਂ, ਕੀ ਬਣੇਗਾ ਸਾਡੀ ਮਾਨਸਿਕਤਾ ਦਾ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਹਾਰਾਜ ਕਹਿੰਦੇ ਇਹ ਸਾਰਾ ਕੁਝ ਦਾ ਅਸਰ ਪਤਾ ਕੀ ਹੋ ਰਿਹਾ, ਰਿਜ਼ਲਟ ਕੀ ਨਿਕਲ ਰਿਹਾ। ਕਿੰਨੇ ਟੀਵੀ ਸੀਰੀਅਲ ਆਉਂਦੇ ਆ, ਕਿੰਨਿਆਂ ਨਾਲ ਸਾਡੀਆਂ ਮਾਵਾਂ ਭੈਣਾਂ ਜੁੜੀਆਂ ਹੋਈਆਂ ਘਰਾਂ 'ਚ। ਮੈਂ ਨੈਗੇਟਿਵ ਨਾ ਜਾਵਾਂ, ਬਹੁਤ ਸਾਰੀਆਂ ਗੁਰਮੁਖ ਰੂਹਾਂ ਵੀ ਨੇ, ਪਰ ਬਹੁਤਾਤ ਵਿੱਚ ਮਾਂ ਦੀ ਰੁਚੀ ਵੱਖਰੀ ਹੈ, ਉਹਦਾ ਵੱਖਰਾ ਚੈਨਲ ਹੈ, ਪਿਤਾ ਦਾ ਵੱਖਰਾ ਹੈ, ਅੱਗੇ ਬੱਚਿਆਂ ਦਾ ਵੱਖਰਾ ਹੋਏਗਾ। ਵੇਖਣਾ ਗੁਨਾਹ ਨਹੀਂ ਹੈ, ਐਜ਼ ਏ ਨੌਲੇਜ ਦੁਨੀਆ ਦਾ ਸਭ ਕੁਝ ਵੇਖ ਲਵੋ ਤੁਸੀਂ, ਪਰ ਘੱਟੋ ਘੱਟ ਨਿਰਣਾ ਕਰਨ ਦੀ ਜਾਚ ਆਵੇ ਨਾ। ਮੈਨੂੰ ਯਾਦ ਹੈ, ਮੈਂ ਲਾਇਬ੍ਰੇਰੀ ਦੇ ਵਿੱਚੋਂ ਕਿਤਾਬ ਲੈ ਕੇ ਤੁਰਿਆ, ਪ੍ਰਿੰਸੀਪਲ ਲਾਭ ਸਿੰਘ ਜੀ ਉਹਨਾਂ ਦੀ ਨਿਗਰਾਨੀ 'ਚ ਮੈਂ ਪੜ੍ਹਿਆ। ਮਾਨਯੋਗ ਸਿੰਘ ਸਾਹਿਬ ਵਿਦਾਂਤੀ ਸਾਹਿਬ ਜੀ ਸਾਡਾ ਪ੍ਰੈਕਟੀਕਲ ਟੈਸਟ ਲੈਣ ਵਾਸਤੇ ਗਏ ਸਨ। ਇਹਨਾਂ ਦੇ ਸਾਹਮਣੇ ਅਸੀਂ ਬੜੇ ਕੰਬੇ ਸੀ ਜਦੋਂ ਕਥਾ ਕੀਤੀ ਸੀ। ਮੈਂ ਜੇ ਗਿਆ ਸੀ ਤੇ ਮੈਂ ਲਾਇਬ੍ਰੇਰੀ ਵਿੱਚੋਂ ਕਿਤਾਬ ਕਢਾ ਲਈ, ਮੈਂ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਪ੍ਰਿੰਸੀਪਲ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਇੱਧਰ ਆ। ਡਰ ਵੀ ਹੁੰਦਾ ਸੀ ਨਾ ਵੀ ਕੋਈ ਗਲਤੀ ਹੋ ਗਈ, ਕਿਉਂ ਬੁਲਾ ਲਿਆ। ਮੈਨੂੰ ਕਹਿਣ ਲੱਗੇ ਕਿਹੜੀ ਕਿਤਾਬ ਕਢਾਈ ਹੈ ਲਾਇਬ੍ਰੇਰੀ 'ਚੋਂ। ਮੈਂ ਕਿਹਾ ਜੀ ਇੱਕ ਓਂਕਾਰ ਸਤਨਾਮ ਓਸ਼ੋ। ਮੈਨੂੰ ਕਹਿੰਦੇ ਕਿੰਨੇ ਦਿਨ ਹੋ ਗਏ ਤੈਨੂੰ ਜੁਆਇਨ ਕੀਤਿਆਂ ਨੂੰ ਕਾਲਜ। ਮੈਂ ਕਿਹਾ ਜੀ 5-6 ਦਿਨ ਹੋਏ। ਕਹਿੰਦੇ ਅਜੇ ਰੱਖਿਆ 6 ਮਹੀਨੇ ਬਾਅਦ ਕਢਾਈ, ਪਹਿਲਾਂ ਗੁਰਮਤ ਨੂੰ ਸਮਝ। ਕੀ ਪੜ੍ਹਨਾ ਹੈ, ਇੱਕ ਹੈ ਪੜ੍ਹਨ ਦੀ ਰੁਚੀ, ਇੱਕ ਦੂਜੀ ਗੱਲ ਹੈ ਕੀ ਪੜ੍ਹਨਾ ਹੈ, ਇਹ ਨਹੀਂ ਸਮਝ ਆ ਰਹੀ। ਕੀ ਵੇਖਣਾ, ਕੀ ਸੁਣਨਾ, ਇਹ ਨਹੀਂ ਸਮਝ ਆ ਰਹੀ ਸਾਨੂੰ। ਤੇ ਜੋ ਕੁਝ ਅਸੀਂ ਸਾਡੇ ਅੱਗੇ ਅੱਜ ਪਰੋਸਿਆ ਜਾ ਰਿਹਾ, ਕਿਉਂਕਿ ਅਸੀਂ ਚੋਣ ਨਹੀਂ ਕਰ ਪਾ ਰਹੇ, ਸਾਨੂੰ ਗਾਈਡੈਂਸ ਹੀ ਨਹੀਂ ਮਿਲ ਰਹੀ ਜੀ। ਮੈਨੂੰ ਉਸ ਵੇਲੇ ਨਹੀਂ ਸਮਝ ਆਈ ਵੀ ਮਾਨਯੋਗ ਪ੍ਰਿੰਸੀਪਲ ਲਾਭ ਸਿੰਘ ਹੋਣਾ ਕਿਉਂ ਮੈਨੂੰ ਕਿਹਾ ਵੀ ਤੂੰ ਇੱਕ ਅਜੇ ਰੱਖਿਆ ਕਿਤਾਬ ਅਜੇ ਨਹੀਂ ਕਢਾਉਣੀ, 6 ਮਹੀਨੇ ਬਾਅਦ ਕਢਾਵੀਂ। ਫਿਰ ਪਤਾ ਲੱਗਿਆ ਕਿ ਉਹਨਾਂ ਦਾ ਮਨਸਾ ਕੀ ਸੀ ਕਿ ਗੁਰਮਤ ਨੂੰ ਸਮਝ ਕੇ ਛਾਨਣਾ ਲਾਉਣ ਜੋਗਾ ਹੋ ਜਾ, ਕਿਤੇ ਗੁੰਮਰਾਹ ਨਾ ਹੋ ਜੀ। ਹੁਣ ਅਸੀਂ ਆਪਣੇ ਆਪ ਨਹੀਂ ਸੋਚ ਰਹੇ ਜਾਂ ਸਾਨੂੰ ਸਮਝਾ ਕੋਈ ਨਹੀਂ ਰਿਹਾ। ਇੰਟਰਨੈਟ ਦੇ ਉੱਤੇ ਜ਼ਹਿਰ ਵੀ ਹੈ ਤੇ ਅੰਮ੍ਰਿਤ ਵੀ ਹੈ। ਕਦੀ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਲਾਵੇ 'ਚ ਲੈ ਕੇ ਦੱਸਿਆ ਵੀ ਤੁਹਾਡੇ ਵਾਸਤੇ ਯੋਗ ਕੀ ਹੈ। ਤੇ ਜੇ ਉਹ ਚੋਰੀ ਅੱਜ 90% ਘਰਾਂ ਦੇ ਅੰਦਰ ਆਪੋ ਆਪਣੇ ਮੋਬਾਈਲ ਨੂੰ ਲੌਕ ਲੱਗੇ ਹੋਇਆ, ਆਪਣੇ ਆਪਣੇ ਲੈਪਟਾਪ ਨੂੰ ਲੌਕ ਲੱਗੇ ਹੋਇਆ, ਥੋੜਾ ਜਿਹਾ ਤੇ ਨਿਗਾਹ ਮਾਰੀਏ ਕਿ ਬੱਚਿਆਂ ਦੇ ਲੈਪਟਾਪ ਲੌਕ ਨੇ, ਮੋਬਾਈਲ ਲੌਕ ਨੇ, ਕੀ ਵੇਖਦੇ ਨੇ। ਕਿਉਂਕਿ ਫਿਕਰਮੰਦ ਤੇ ਹੋਣਾ ਪਏਗਾ ਨਾ, ਚੇਤਨ ਤੇ ਹੋਣਾ ਪਏਗਾ ਵੀ ਸਾਡੇ ਬੱਚੇ ਕਿਤੇ ਜ਼ਹਿਰ ਤੇ ਨਹੀਂ ਖਾ ਰਹੇ। ਜੇ ਬੱਚੇ ਜ਼ਹਿਰ ਖਾ ਰਹੇ ਹੋਣ ਤੇ ਅਸੀਂ ਅਵੇਸਲੇ ਰਵਾਂਗੇ ਜੀ ਮਾਂ ਪਿਓ। ਤੇ ਇਹ ਜਾਣਕਾਰੀ ਕਿਹਨੇ ਰੱਖਣੀ ਸੀ, ਕਿਹਨੇ ਗਾਈਡੈਂਸ ਦੇਣੀ ਸਾਨੂੰ। 3 ਤਰ੍ਹਾਂ ਦੇ ਪਲੇਟਫਾਰਮ ਨੇ ਸਾਡੇ ਆਗੂ, ਭਾਵੇਂ ਉਹ ਰਾਜਸੀ ਨੇ, ਮਕਸਦ ਤੇ ਉਹਨਾਂ ਦਾ ਵੀ ਤੇ ਰਾਖੀ ਕਰਨਾ ਹੀ ਸੀ ਨਾ ਸਮਾਜ ਦੀ। ਉਹ ਵੱਖਰੀ ਗੱਲ ਹੈ ਵੀ ਅਸੀਂ ਆਸ ਵੀ ਛੱਡ ਦਿੱਤੀ, ਹੁਣ ਚਲੋ ਜੋ ਚੱਲਦਾ ਚਲੀ ਜਾਣ। ਸਾਡੇ ਧਾਰਮਿਕ ਆਗੂ
ਉਹ ਵੀ ਕਿਰਦਾਰ ਜਿਹੜਾ ਮੇਰਾ ਦੁਨੀਆ ਤੋਂ ਲੁਕਿਆ ਨਹੀਂ ਹੋਇਆ। ਇਹੀ ਕਾਰਨ ਹੈ ਕਿ ਸਤਿਕਾਰ ਘਟਦੇ ਗਏ। ਤੇ ਤੀਸਰੇ ਸੀ ਮਾਪੇ। ਉਹ ਕਹਿੰਦੇ ਅਸੀਂ ਵੱਖਰੇ ਰੰਗ ਤਮਾਸ਼ਿਆਂ 'ਚ, ਤੁਸੀਂ ਵੱਖਰੇ ਰੰਗ ਤਮਾਸ਼ਿਆਂ 'ਚ। ਉਹਦੇ ਰਿਜ਼ਲਟ ਕੀ ਨਿਕਲੇ ਭੈਣੋ, ਧਿਆਨ ਦਿਓ। ਗੁਰੂ ਸਾਹਿਬ ਨੇ ਬਾਣੀ 'ਚ ਦੱਸਿਆ। ਮਹਾਰਾਜ ਕਹਿੰਦੇ ਵੀ ਜਿਹੜੀ ਗੱਲ ਕਹਿ ਰਹੇ ਸੀ ਨਾ ਵੀਰ ਸਟੇਜ ਕਰਦੇ ਆ, ਡਾਕਟਰ ਸਾਹਿਬ ਦੇ ਜੀਵਨ ਉੱਤੇ PhD ਕਰ ਰਹੇ ਨੇ ਵੀਰ ਮੇਰੇ ਖਿਆਲ, ਡਾਕਟਰ ਰਘਬੀਰ ਸਿੰਘ ਬੈਂਸ ਸਾਹਿਬ ਜੀ ਦੇ ਜੀਵਨ ਤੇ। ਹੁਣ ਉਹ ਕਹਿੰਦੇ ਵੀ ਡਾਕਟਰ ਸਾਹਿਬ ਜੀ ਅਕਸਰ ਹਰੀ ਸਿੰਘ ਨਲੂਆ ਦੀ ਗੱਲ ਕਰਦੇ ਹੁੰਦੇ ਸੀ, ਕੌਮ ਦੇ ਜਰਨੈਲਾਂ ਦੀ ਗੱਲ ਕਰਦੇ ਹੁੰਦੇ ਸੀ। ਘਰਾਂ ਦੇ ਅੰਦਰ ਕਦੀ ਬੈਠ ਕੇ ਗੱਲਾਂ ਸੁਣਾਈਆਂ ਜੀ ਆਪਣੇ ਬੱਚਿਆਂ ਨੂੰ? ਨਹੀਂ ਜੀ, ਕਿਉਂਕਿ ਮੈਂ ਵੱਖਰੇ ਸੀਰੀਅਲ ਵੇਖਣੇ ਨੇ, ਮੇਰੇ ਬੱਚਿਆਂ ਨੇ ਵੱਖਰੇ ਉਹਨਾਂ ਦੇ ਟੇਸਟ ਨੇ। ਉਹਦਾ ਨਤੀਜਾ ਇਹ ਨਿਕਲਿਆ, ਸਾਹਿਬ ਕਹਿੰਦੇ ਕਿ ਹਰੀ ਸਿੰਘ ਨਲੂਆ ਵਾਲੀ ਸੋਚ ਖਤਮ ਹੋ ਗਈ ਤੇ ਕਲਯੁਗ ਦੇ ਅੰਦਰ ਭੂਤ ਨੇ ਤੇ ਭੂਤਨੀਆਂ ਜਨਮ ਲੈਣ ਲੱਗ ਪਈ। ਹਰੀ ਸਿੰਘ ਨਲੂਆ ਨਹੀਂ ਜਨਮ ਲਏਗਾ ਹੁਣ। ਜੇ ਇਦਾਂ ਹੀ ਤੁਰਦਾ ਰਿਹਾ ਨਾ, ਜਿਸ ਤਰ੍ਹਾਂ ਬੇਨਤੀ ਮੈਂ ਕਰ ਰਿਹਾ ਤੁਹਾਡੇ ਚਰਨਾਂ 'ਚ, ਜਿੱਦਾਂ ਦੀ ਬਹੁਤਾਤ ਬਣੀ ਹੋਈ ਹੈ, ਹੁਣ ਯੋਧੇ ਨਹੀਂ ਜਨਮ ਲੈਣਗੇ, ਹੁਣ ਯੁੱਗ ਪਲਟਣ ਵਾਲੇ ਨਹੀਂ ਜਨਮ ਲੈਣਗੇ। ਜਦੋਂ ਮਾਂ ਦਾ ਰਿਮੋਟ ਵੱਖਰੇ ਆ, ਧੀ ਦਾ ਵੱਖਰੇ ਆ, ਹੁਣ ਤੇ ਕਿਚਨ ਤੱਕ ਵੀ ਸਾਡੇ ਚਲੇ ਗਏ ਵੀ ਮੇਰੇ ਸੀਰੀਅਲ ਦੀ ਕਿਤੇ ਰਹਿ ਨਾ ਜਾਵੇ ਕੋਈ ਕਿਸ਼ਤ। ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਉਹ ਘਰਾਂ ਦੇ ਅੰਦਰ ਭੂਤ ਨੇ ਤੇ ਭੂਤਨੀਆਂ ਜਨਮ ਲੈ ਰਹੇ ਆ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ। ਜ਼ਿੰਮੇਵਾਰੀ ਕਿਹਨੇ ਨਿਭਾਉਣੀ ਸੀ ਜੀ? ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ ਉਹ ਸਿਕਦਾਰ ਅੱਖਾਂ ਮੀਟ ਕੇ ਆਪ ਮਸਤ ਹੋ ਗਏ, ਗੁਆਚ ਗਏ, ਡੁੱਬ ਗਏ। ਚੰਗੀਆਂ ਪੁਸਤਕਾਂ ਲੱਭਣੀਆਂ ਔਖੀਆਂ ਹੋ ਗਈਆਂ ਘਰਾਂ ਦੇ ਵਿੱਚੋਂ, ਚੰਗਾ ਟੇਸਟ ਮੁੱਕ ਗਿਆ। ਇਹ ਟੇਸਟ ਕਿੱਦਾਂ ਪੈਦਾ ਕਰਨਾ ਸੀ? ਨੇਕੀ ਸਾਹਿਬ ਦੇ ਜੀਵਨ ਬਾਰੇ ਮੈਂ ਪੜ੍ਹ ਰਿਹਾ ਸੀ, ਡਾਕਟਰ ਜਸਵੰਤ ਸਿੰਘ ਨੇਕੀ ਸਾਹਿਬ। ਜਦੋਂ ਐਸੀਆਂ ਰੂਹਾਂ ਨੂੰ ਪੜ੍ਹਦੇ ਹਾਂ, ਸ਼ਰਧਾ ਨਾਲ ਸਿਰ ਝੁਕ ਜਾਂਦਾ ਜੀ। ਅਸਲ 'ਚ ਉਹ ਸਾਡੀ ਕੌਮ ਦੇ ਮਹਾਂਪੁਰਖ ਸਨ, ਅੱਜ ਵੀ ਨੇ, ਪਰ ਅਸੀਂ ਤੇ ਕੱਪੜੇ ਵੇਖ ਕੇ ਕਦਰ ਕਰਦੇ ਆ ਨਾ ਜੀ, ਕਿ ਮੇਰੇ ਕੁੜਤੇ ਦਾ ਸਾਈਜ਼ ਕਿੰਨਾ ਕੁ ਨੀਵਾਂ, ਫਿਰ ਤੇ ਮੈਨੂੰ ਤੁਸੀਂ ਹੱਥ ਜੋੜ ਕੇ ਬੁਲਾਓਗੇ। ਤੇ ਜੇ ਕੋਈ ਕਲਮ ਦਾ ਧਨੀ ਆ ਗਿਆ, ਸ਼ਾਇਦ ਅਸੀਂ ਉਹਨੂੰ ਅੱਖੋਂ ਪਰੋਖੇ ਕਰ ਦਈਏ। ਗਰੀਬ ਹੋ ਜਾਏਗੀ ਕੌਮ ਜੇ ਕਲਮ ਦੀ ਕਦਰ ਨਾ ਕੀਤੀ। ਸਾਧ ਸੰਗਤ, ਬਹੁਤ ਗਰੀਬ ਹੋ ਜਾਏਗੀ। ਨੇਕੀ ਸਾਹਿਬ ਨੇ ਇੱਕ ਗੱਲ ਲਿਖੀ, ਉਹਨਾਂ ਦੀ ਇੱਕ ਪੁਸਤਕ ਹੈ ਛੋਟੀ ਜੀ, ਅਸਲ ਵਿਦਿਆ। ਮੈਂ ਮਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ, ਵੈਸੇ ਪਿੰਗਲਵਾੜਾ ਨੇ ਫ੍ਰੀ ਛਾਪੀ ਹੋਈ ਹੈ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਲਿਆ ਕੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਓ। ਛੋਟੀਆਂ ਛੋਟੀਆਂ ਗੱਲਾਂ ਨੇ ਉਹਦੇ 'ਚ, ਬੜੀ ਸ਼ਰਧਾ ਪੈਦਾ ਕਰਨਗੀਆਂ, ਸੋਝੀ ਵੀ ਦੇਣਗੀਆਂ। ਉਹਦੇ ਅੰਦਰ ਨੇਕੀ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿਣ ਲੱਗੇ ਮੇਰੇ ਦਾਦਾ ਜੀ ਇੱਕ ਦਿਨ ਪੁੱਛਣ ਲੱਗੇ ਵੀ ਜਸਵੰਤ ਸਿੰਘ ਰੂਟੀਨ ਕੀ ਹੈ ਤੇਰੀ? ਸ਼ਾਮ ਦਾ ਵੇਲਾ ਸੀ। ਨੇਕੀ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਰਹਿਰਾਸ ਸਾਹਿਬ ਦਾ ਪਾਠ ਕਰਦਾ, ਫਿਰ ਅੱਖਾਂ ਮੀਟ ਕੇ ਤੇ ਚੇਤੇ ਕਰਦਾ ਵੀ ਮੇਰਾ ਹੋਮਵਰਕ ਕੋਈ ਰਹਿ ਤੇ ਨਹੀਂ ਗਿਆ ਭਲਾ। ਆਪਾਂ ਵੀ ਕਰਦੇ ਹੁੰਦੇ ਸੀ ਨਾ ਸਾਰੇ, ਵੀ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਫਿਰ ਉਧਰੋਂ ਜਦੋਂ ਨਿਸ਼ਚਿੰਤ ਹੋ ਜਾ ਆਪਣੇ ਹੋਮਵਰਕ ਤੋਂ, ਤੇ ਫਿਰ ਸੋਹਲੇ ਦਾ ਪਾਠ ਕਰਕੇ ਸੌਂ ਜਾਂਦਾ। ਤੇ ਉਹ ਕਹਿੰਦੇ ਨਾ 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 ਜਸਵੰਤ ਸਿੰਘ ਇੱਦਾਂ ਨਹੀਂ। ਕਹਿਣ ਲੱਗੇ ਜਸਵੰਤ ਸਿੰਘ ਤੂੰ ਹੋਮਵਰਕ ਵੱਲ ਜ਼ਰੂਰ ਰੁਚੀ ਦੇ, ਪਰ ਸਾਰਾ ਕੁਝ ਆਪਣਾ ਸਕੂਲੀ ਵਰਕ ਕਰਨ ਤੋਂ ਬਾਅਦ ਭਾਵੇਂ 15 ਮਿੰਟ ਕਿਸੇ ਵੀ ਕਿਤਾਬ ਨੂੰ ਪੜ੍ਹ, ਘਰ ਦੇ ਅੰਦਰ ਗੁਰਮਤਿ ਦੀਆਂ ਕਿਤਾਬਾਂ ਨੇ, ਭਾਵੇਂ ਕਿਸੇ ਵੀ ਲਿਖਾਰੀ ਨੂੰ ਪੜ੍ਹ, ਨੇਮ ਬਣਾ ਕਿ ਆਪਣੇ ਹੋਮਵਰਕ ਤੋਂ ਇਲਾਵਾ 15 ਮਿੰਟ ਜ਼ਰੂਰ ਪੜ੍ਹਨਾ। ਉਦੋਂ 5ਵੀਂ 6ਵੀਂ 'ਚ ਪੜ੍ਹਦੇ ਸੀ ਨੇਕੀ ਸਾਹਿਬ। ਕਹਿੰਦੇ ਮੈਂ ਉਸ ਦਿਨ ਤੋਂ ਪੜ੍ਹਨਾ ਸ਼ੁਰੂ ਕੀਤਾ। ਹੋਮਵਰਕ ਕਰਦੇ ਕਰਦੇ ਉਹ WHO ਤੱਕ ਪਹੁੰਚੇ, ਵਰਲਡ ਹੈਲਥ ਆਰਗੇਨਾਈਜੇਸ਼ਨ ਤੱਕ। ਐਡੇ ਕਾਬਲ ਡਾਕਟਰ ਬਣੇ ਉਹ ਮੈਡੀਕਲ ਲਾਈਨ ਦੇ ਅੰਦਰ, ਡਾਕਟਰ ਉਹ ਮੈਡੀਕਲ ਲਾਈਨ ਦੇ ਸਨ। ਪਰ ਉਹ ਜਿਹੜਾ 15 ਮਿੰਟ ਵਾਲੀ ਚੇਤਕ ਸੀ ਨਾ ਜੀ, ਉਹਨੇ ਕੌਮ ਦੇ ਐਡੇ ਵੱਡੇ ਦਾਰਸ਼ਨਿਕ ਬਣਾਇਆ ਉਹਨਾਂ ਨੂੰ, ਕਿ ਉਹਨਾਂ ਨੇ ਕੌਮ ਦੀ ਝੋਲੀ ਵਿੱਚ ਬਹੁਤ ਵੱਡਾ ਖਜ਼ਾਨਾ ਪਾਇਆ। ਮੈਂ ਕਹਿੰਦਾ ਕੱਲੀ ਅਰਦਾਸ ਹੀ ਪੜ੍ਹ ਲਈਏ, ਕਵਾੜ ਖੁੱਲ ਜਾਣਗੇ ਸਾਡੇ। ਕਾਰਨ ਕੀ ਹੈ? ਰੁਚੀ ਨਹੀਂ ਪੈਦਾ ਕਰ ਰਿਹਾ ਕੋਈ, ਆਊਟਪੁੱਟ ਨਹੀਂ। ਲਾਇਬ੍ਰੇਰੀਆਂ ਬਣੀਆਂ ਨੇ ਜੀ,
ਮੈਂ ਬੇਨਤੀ ਕਰਾਂਗਾ ਜਿਹੜੇ ਵੀਰ ਇੱਥੇ ਪ੍ਰਬੰਧਕ ਹੋਣਗੇ ਲਾਇਬ੍ਰੇਰੀਆਂ ਦੇ, ਜਿਹੜੀ ਕਿਤਾਬ ਇਸ਼ੂ ਕਰਦੇ ਹੋ ਨਾ ਜੀ, ਉਹਦੇ ਤੇ ਜਿਹੜਾ ਵੀ ਲੈ ਕੇ ਜਾਂਦਾ ਹੈ, ਉਹਦੇ ਇੱਕ ਇੱਕ ਕੋਈ ਗਰੁੱਪ ਬਣਾਓ, ਉਹਦੇ ਤੇ ਡਿਸਕਸ ਕਰੋ ਵੀ ਤੂੰ ਇਹਨੂੰ ਕਿਸ ਐਂਗਲ ਤੋਂ ਪੜ੍ਹਿਆ। ਇੱਕ ਤੇ ਨਾਲੇ ਪਤਾ ਲੱਗ ਜਾਏਗਾ ਵੀ ਕਿਤਾਬ ਇਕੱਲੀ ਲੈ ਕੇ ਤੇ ਨਹੀਂ ਗਿਆ, ਦੂਸਰਾ ਉਹਨੂੰ ਰਿੜਕਿਆਂ ਉਹਦੇ ਵਿੱਚੋਂ ਬਹੁਤ ਕੁਝ ਨਿਕਲੇਗਾ। ਕੁਛ ਇੱਦਾਂ ਦਾ ਉਦਮ ਕਰੀਏ। ਸੋ ਇਹ ਵੀ ਇੱਕ ਸੰਗਤ ਹੈ ਜੀ।